ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਚੱਠਾ ਅੱਜ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ। ਗੋਵਰਧਨ ਗੱਬੀ ਜੀ ਦੀ ਕਹਾਣੀ ਦਾ ਨਾਮ ਹੈ ਜੀ ਬਿੰਦੀ। ਸਕੂਟਰ ਸਟਾਰਟ ਨਹੀਂ ਹੁੰਦਾ। ਇੱਕ ਪਾਸੇ ਟੇਢਾ ਕਰਕੇ ਫਿਰ ਜ਼ੋਰ ਨਾਲ ਕਿੱਕ ਮਾਰਦੀ। ਸਕੂਟਰ ਸਟਾਰਟ ਹੁੰਦਿਆਂ ਹੀ ਭਜਾ ਲੈਂਦੀ। ਖੱਬੇ ਮੋਢੇ ਨੂੰ ਕੁਝ ਉਤਾਂ ਉਠਾ, ਗਰਦਨ ਨੂੰ ਝੁਕਾ ਤੇ ਵਿੱਚ ਮੋਬਾਈਲ ਫਸਾ ਕੇ ਗੱਲਾਂ ਕਰਦੀ ਹੋਈ ਗਲੀ ਦਾ ਮੋੜ ਮੁੜ ਜਾਂਦੀ। ਮੈਂ ਗਲੀ ਵਾਲੇ ਪਾਸੇ ਨਿਕਲੀ ਬਾਲਕੋਨੀ ਵਿੱਚ ਖੜਾ ਉਸਨੂੰ ਦੇਖਦਾ ਰਹਿੰਦਾ। ਸਵੇਰੇ ਤਕਰੀਬਨ 9 ਵਜੇ ਫੋਨ ਤੇ ਉੱਚੀ ਉੱਚੀ ਗੱਲਾਂ ਕਰਦੀ ਹੋਈ ਪਹਿਲੇ ਮਾਲੇ ਤੋਂ ਹੇਠਾਂ ਨੂੰ ਉਤਰੇਗੀ। ਬਹੁਤੀ ਵਾਰ ਮੈਂ ਬਾਲਕੋਨੀ ਵਿੱਚ ਖੜਾ ਹੁੰਦਾ ਨਾ ਹੋਵਾਂ ਤਾਂ ਉਸਦੀ ਆਵਾਜ਼ ਸੁਣ ਕੇ ਮੈਂ ਕਮਰੇ ਜਾਂ ਗੁਸਲਖਾਨੇ ਤੋਂ ਬਾਹਰ ਨਿਕਲ ਆਉਣਾ। ਜੇ ਦਾੜ੍ਹੀ ਬਣਾ ਰਿਹਾ ਹੁੰਦਾ ਜਾਂ ਦੰਦਾਂ ਨੂੰ ਬੁਰਸ਼ ਕਰ ਰਿਹਾ ਹੋਵਾਂ ਤਾਂ ਬਾਹਰ ਜਾਣ ਦੀ ਬਜਾਏ ਮੈਂ ਜਾਲੀ ਵਾਲੇ ਦਰਵਾਜ਼ੇ ਤੋਂ ਹੀ ਉਸਨੂੰ ਦੇਖ ਕੇ ਆਪਣਾ ਝੱਸ ਪੂਰਾ ਕਰ ਲੈਣਾ। ਉਸਨੂੰ ਵੀ ਮੇਰਾ ਇੰਜ ਸ਼ਰੇਆਮ ਜਾਂ ਜਾਲੀ ਪਿੱਛੇ ਛੁਪ ਕੇ ਦੇਖਣਾ ਸ਼ਾਇਦ ਚੰਗਾ ਲੱਗਦਾ ਹੋਵੇ, ਜਾਂ ਹੋ ਸਕਦਾ ਹੋਵੇ ਇਹ ਮੇਰਾ ਵਹਿਮ ਹੀ ਹੋਵੇ। ਪਰ ਮੈਨੂੰ ਲੱਗਦਾ ਕਿ ਫੋਨ ਤੇ ਉੱਚੀ ਉੱਚੀ ਗੱਲਾਂ ਕਰਨਾ ਉਸਦਾ ਮੇਰੇ ਲਈ ਇੱਕ ਇਸ਼ਾਰਾ ਹੀ ਹੈ ਕਿ ਉਹ ਜਾ ਰਹੀ ਹੈ, ਤੇ ਜੇ ਮੈਂ ਚਾਹਾਂ ਤਾਂ ਉਸਦੇ ਦਰਸ਼ਨ ਕਰ ਸਕਦਾ ਹਾਂ। ਉਹ ਔਰਤ ਬਿਲਕੁਲ ਸਾਡੇ ਘਰ ਦੇ ਸਾਹਮਣੇ ਵਾਲੇ ਮਕਾਨ ਦੀ ਪਹਿਲੇ ਮਾਲੇ ਦੇ ਕੁਝ ਚਿਰਾਂ ਤੋਂ ਕਿਰਾਏ ਤੇ ਰਹਿ ਰਹੀ ਹੈ। ਉਮਰ ਕੋਈ 35-36 ਸਾਲ ਦੇ ਲਗਭਗ ਹੈ। ਰੰਗ ਕਣਕਵੰਨਾ, ਨੈਣ ਨਕਸ਼ ਤਿੱਖੇ, ਸਰੀਰ ਭਰਵਾਂ ਤੇ ਸੁਡੌਲ। ਸ਼ੁਰੂ ਵਿੱਚ ਉਹ ਮੈਨੂੰ ਚਲਤੂ ਫਿਰਤੂ ਲੱਗੀ। ਤਰ੍ਹਾਂ ਤਰ੍ਹਾਂ ਦੇ ਲੋਕ ਉਸਦੇ ਘਰ ਆਉਂਦੇ ਰਹਿੰਦੇ। ਕਈ ਵਾਰੀ ਦੁੱਧ ਪਾਉਣ ਆਇਆ ਮੁੱਛ ਫੁੱਟ ਦੋਧੀ ਮੁੰਡਾ ਵੀ ਅੱਧਾ ਅੱਧਾ ਘੰਟਾ ਉਸਦੇ ਘਰ 'ਚ ਵੜਿਆ ਰਹਿੰਦਾ। ਕਦੇ ਕੋਈ ਬਜ਼ੁਰਗ ਬੰਦਾ ਆ ਕੇ ਵੀ ਬੈਲ ਮਾਰਦਾ। ਕਦੇ ਦੋ ਨੌਜਵਾਨ ਮੁੰਡੇ ਵੀ ਮੋਟਰਸਾਈਕਲ ਤੇ ਆ ਧਮਕਦੇ। ਉਹ ਵੀ ਕੁਝ ਸਮਾਂ ਉਸਦੇ ਕਮਰੇ ਅੰਦਰ ਬਿਤਾ ਕੇ ਚਲੇ ਜਾਂਦੇ। ਕਦੇ ਕਦੇ ਇੱਕ ਵੱਡੀ ਸਾਰੀ ਗੱਡੀ ਉਸਦੇ ਘਰ ਸਾਹਮਣੇ ਆ ਰੁਕਦੀ। ਗੱਡੀ ਵਿੱਚੋਂ ਦੈਂਤਨੁਮਾ ਇੱਕ ਅਧੇੜ ਉਮਰ ਦਾ ਬੇਢੱਬਾ ਜਿਹਾ ਸਰਦਾਰ ਨਿਕਲ ਕੇ ਪੌੜੀਆਂ ਚੜ੍ਹ ਜਾਂਦਾ। ਇਸ ਦੌਰਾਨ ਉਹ ਦੋਨੋਂ ਅੰਦਰ ਹੀ ਰਹਿੰਦੇ। ਕੁਝ ਦੇਰ ਬਾਅਦ ਉਹ ਪਗੜੀ ਦੇ ਲੜਾਂ ਨੂੰ ਸੂਏ ਨਾਲ ਸੈੱਟ ਕਰਦਾ ਹੋਇਆ ਤੇ ਦਾੜ੍ਹੀ ਵਿੱਚ ਕੰਘਾ ਕਰਦਾ ਹੋਇਆ ਪੌੜੀਆਂ ਉਤਰਦਾ ਆਉਂਦਾ। ਕਈ ਵਾਰੀ ਉਹ ਔਰਤ ਉਸਦੇ ਨਾਲ ਹੀ ਗੱਡੀ ਵਿੱਚ ਬੈਠ ਜਾਂਦੀ ਤੇ ਕਦੇ ਉੱਪਰੋਂ ਹੀ ਹੱਥ ਹਿਲਾਉਂਦੀ ਹੋਈ ਵਾਪਸ ਕਮਰੇ ਅੰਦਰ ਚਲੇ ਜਾਂਦੀ। ਉਸਦੇ ਘਰ ਲੱਗੀ ਰਹਿੰਦੀ ਲੋਕਾਂ ਦੀ ਆਵਾਜਾਈ ਜਲਦੀ ਹੀ ਮੁਹੱਲੇ ਵਾਲਿਆਂ ਨੂੰ ਕੁਝ ਰੜਕਣ ਲੱਗ ਪਈ। ਸਾਰੇ ਦੱਬੇ ਪੈਰ ਹੀ ਬਿੜਕਾਂ ਲੈਂਦੇ, ਬੋਲਦਾ ਕੋਈ ਨਾ। ਕਿਸੇ ਦਿਨ ਉਹ ਸਵੇਰੇ ਸਵੇਰੇ ਮੂਧੇ ਮੂੰਹ ਨਿਉਂ ਕੇ ਪੋਚਾ ਮਾਰਦੀ ਹੋਈ ਬਾਹਰ ਬਾਲਕੋਨੀ ਵਾਲੇ ਪਾਸੇ ਆਏਗੀ। ਖੁੱਲ੍ਹੇ ਤੇ ਡੂੰਘੇ ਗਲਮੇ ਵਾਲੀ ਨਾਈਟੀ ਵਿੱਚ ਉਸਦੇ ਸਰੀਰ ਦਾ ਬਹੁਤਾ ਸਾਰਾ ਹਿੱਸਾ ਵਿਖਾਈ ਦਿੰਦਾ। ਜਦੋਂ ਮੂੰਹ ਮੇਰੇ ਵੱਲ ਕਰਕੇ ਨਿਉਂ ਕੇ ਹੇਠਾਂ ਨੂੰ ਪੌੜੀਆਂ ਸਾਫ਼ ਕਰਦੀ, ਪਿੱਛੇ ਨੂੰ ਉਤਰਦੀ, ਤਾਂ ਮੇਰੀ ਨਜ਼ਰ ਉਸਦੀਆਂ ਸੁਡੌਲ ਛਾਤੀਆਂ ਸਮੇਤ ਛੁਪਵੇਂ ਸਰੀਰ ਦਾ ਦੂਰ ਤੱਕ ਮੁਆਇਨਾ ਕਰ ਆਉਂਦੀ। ਮੇਰੇ ਦਿਲ ਦੀ ਧੜਕਨ ਆਪ ਮੁਹਾਰੇ ਵੱਧ ਜਾਂਦੀ, ਸਾਹ ਵੀ ਤੇਜ਼ ਹੋ ਜਾਂਦੇ। ਇਹ ਸਾਰੀ ਰਾਸ ਲੀਲਾ ਮੈਂ ਆਪਣੇ ਕਮਰੇ ਵਿੱਚ ਬੈਠਾ ਕੰਪਿਊਟਰ ਤੇ ਕੁਝ ਟਾਈਪ ਕਰਦਾ ਹੋਇਆ ਜਾਂ ਫਿਰ ਕੋਈ ਕਿਤਾਬ ਜਾਂ ਰਿਸਾਲਾ ਪੜ੍ਹਦਾ ਹੋਇਆ ਦੇਖਦਾ ਰਹਿੰਦਾ। ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਕਾਲੇ ਹੋਣ ਕਰਕੇ ਮੈਂ ਬਾਹਰ ਦਾ ਨਜ਼ਾਰਾ ਦੇਖ ਲੈਂਦਾ, ਪਰ ਬਾਹਰ ਵਾਲੇ ਨੂੰ ਪਤਾ ਨਾ ਲੱਗਦਾ ਕਿ ਕੋਈ ਤਿਰਛੀ ਨਜ਼ਰ ਉਸਦਾ ਐਕਸਰੇ ਲੈਂਦੀ ਪਈ ਹੈ, ਜਾਂ ਇੰਜ ਵੀ ਹੋ ਸਕਦਾ ਹੈ ਕਿ ਉਹ ਜਾਣ ਬੁੱਝ ਕੇ ਉਸ ਤਰ੍ਹਾਂ ਦੇ ਪੋਜ਼ ਬਣਾਉਂਦੀ ਹੋਵੇ। ਉਸਨੂੰ ਪਤਾ ਹੋਵੇ ਕਿ ਅੰਦਰ ਕੋਈ ਚੋਰ ਅੱਖ ਉਸਦਾ ਪਿੱਛਾ ਕਰ ਰਹੀ ਹੈ। ਉਨੀ ਦਿਨੀਂ ਮੈਂ ਕੁਝ ਮਹੀਨਿਆਂ ਤੋਂ ਆਪਣੇ ਇੱਕ ਪ੍ਰੋਜੈਕਟ ਤੇ ਥੀਸਿਸ ਲਿਖਣ ਲਈ ਛੁੱਟੀਆਂ ਲਈਆਂ ਸਨ। ਮੇਰਾ ਬਹੁਤਾ ਸਮਾਂ ਆਪਣੇ ਇਸ ਪਹਿਲੇ ਮਾਲੇ ਤੇ ਬਣੇ ਬੈੱਡਰੂਮ ਵਿੱਚ ਹੀ ਗੁਜ਼ਰਦਾ। ਇੱਕ ਦਿਨ ਮੈਂ ਸਵੇਰੇ ਗੇਟ ਕੋਲ ਖੜਾ ਆਪਣੇ ਭਤੀਜੇ ਨੂੰ ਸਕੂਲ ਭੇਜਣ ਵਾਸਤੇ ਉਸਦੀ ਸਕੂਲ ਬੱਸ ਦੀ ਉਡੀਕ ਕਰ ਰਿਹਾ ਸੀ। ਉਹ ਵੀ ਆਪਣੇ 8-9 ਸਾਲ ਦੀ ਉਮਰ ਦੇ ਬੇਟੇ ਨੂੰ ਸਕੂਲ ਭੇਜਣ ਲਈ ਉਸਦਾ ਸਾਈਕਲ ਠੀਕ ਕਰ ਰਹੀ ਸੀ। ਉਹ ਕਿਸੇ ਚੀਜ਼ ਦੀ ਮੰਗ ਕਰ ਰਿਹਾ ਸੀ। ਉਹ ਉਸਨੂੰ ਜਿੱਦ ਨਾ ਕਰਨ ਲਈ ਸਮਝਾ ਰਹੀ ਸੀ। ਸਾਡੀਆਂ ਦੋਨਾਂ ਦੀਆਂ ਨਜ਼ਰਾਂ ਅਚਾਨਕ ਮਿਲੀਆਂ, ਪਰ ਜਲਦੀ ਹੀ ਫਿਸਲ ਗਈਆਂ। ਮੈਂ ਪਹਿਲੀ ਵਾਰ ਉਸਨੂੰ ਨੇੜੇ ਤੋਂ ਦੇਖ ਰਿਹਾ ਸੀ। ਉਹ ਦੂਰ ਤੋਂ ਜਿੰਨੀ ਸੁੰਦਰ ਵਿਖਾਈ ਦਿੰਦੀ ਸੀ, ਸੱਚਮੁੱਚ ਉਤਨੀ ਹੀ ਸੁੰਦਰ ਹੈ ਵੀ ਸੀ। ਹਾਲਾਂਕਿ ਉਸਦੇ ਚਿਹਰੇ ਉੱਪਰ ਸਰੋਂ ਦੇ ਦਾਣਿਆਂ ਵਾਂਗ ਨਿੱਕੇ ਨਿੱਕੇ ਥਿੰਮ ਦੇ ਦਾਗ ਸਨ, ਜਿਵੇਂ ਕਿਸੇ ਬੱਚੇ ਨੇ ਕਿਸੇ ਕਾਗਜ਼ ਉੱਪਰ ਪੈਨਸਲ ਨਾਲ ਨਿੱਕੀਆਂ ਨਿੱਕੀਆਂ ਬਿੰਦੀਆਂ ਲਗਾਈਆਂ ਹੋਣ। ਇਹ ਬਿੰਦੀਆਂ ਉਸਦੇ ਚਿਹਰੇ ਨੂੰ ਕੁਰੂਪ ਨਹੀਂ, ਸਗੋਂ ਦਿਲ ਖਿੱਚਵਾਂ ਬਣਾ ਰਹੀਆਂ ਸਨ। ਉਸਦੇ ਚੌੜੇ ਮੱਥੇ ਤੇ ਇੱਕ ਨਾਗ ਰੂਪੀ ਵੱਡੀ ਬਿੰਦੀ ਉਸਦਾ ਰੰਗ ਰੂਪ
ਸਵਾਇਆ ਕਰ ਰਹੀ ਸੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਤੁਹਾਡਾ ਲਾਡਲਾ? ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਲਈ ਮੈਂ ਪਹਿਲ ਕਰਦਿਆਂ ਸਵਾਲ ਕੀਤਾ। ਆਵਾਜ਼ ਸੁਣ ਕੇ ਪਹਿਲਾਂ ਤਾਂ ਕੁਝ ਅਚੰਭਿਤ ਹੋਈ, ਪਰ ਜਲਦੀ ਹੀ ਸੰਭਲਦਿਆਂ ਹੋਇਆਂ ਬੋਲੀ, ਭਾਜੀ ਇਹ ਪਾਣੀ ਲੈ ਕੇ ਜਾਣ ਵਾਲੀ ਵੱਡੀ ਬੋਤਲ ਮੰਗਦਾ ਪਿਆ ਹੈ। ਮੈਂ ਕਹਿਣ ਡਈ ਆ ਬਈ ਸ਼ਾਮ ਨੂੰ ਲੈ ਦਿਆਂਗੀ, ਪਰ ਮੰਨਦਾ ਨਹੀਂ ਪਿਆ। ਉਸਨੇ ਮੇਰੇ ਨਾਲ ਬਿਨਾਂ ਨਜ਼ਰ ਮਿਲਾਏ ਹੀ ਜਵਾਬ ਦਿੱਤਾ, ਬਸ ਆ ਗਈ। ਸਾਡੀ ਗੱਲਬਾਤ ਦਾ ਸਿਲਸਿਲਾ ਉੱਥੇ ਹੀ ਰੁਕ ਗਿਆ। ਸਾਡੇ ਮੁਹੱਲੇ ਵਿੱਚ ਇੱਕ ਬੰਟੀ ਦੀ ਮੰਮੀ ਨਾਮਕ ਔਰਤ ਵੀ ਰਹਿੰਦੀ ਹੈ। ਮੁਹੱਲੇ ਦੀ ਨੰਬਰ 1 ਜਾਸੂਸ। ਉਹ ਮੁਹੱਲੇ ਦੇ ਸਾਰੇ ਘਰਾਂ ਦਾ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਰੱਖਦੀ। ਉਸ ਦਾ ਪਤੀ ਨੌਕਰੀ ਕਰਦਾ ਹੈ, ਬੱਚੇ ਸਕੂਲ ਕਾਲਜ ਵਿੱਚ ਪੜ੍ਹਨ ਚਲੇ ਜਾਂਦੇ। ਉਹ ਸਾਰਾ ਦਿਨ ਘਰ ਬੈਠ ਕੇ ਮੁਹੱਲੇ ਦੀ ਰਖਵਾਲੀ ਦਾ ਕੰਮ ਕਰਦੀ। ਹਰ ਘਰ ਦਾ ਕੱਚਾ ਚਿੱਠਾ ਉਸ ਕੋਲ ਹਮੇਸ਼ਾ ਅਪਡੇਟ ਰਹਿੰਦਾ। ਜਦੋਂ ਇਹ ਕਿਰਾਏ ਵਾਲੇ ਮਕਾਨ ਵਾਲੀ ਔਰਤ ਨਵੀਂ ਮੁਹੱਲੇ ਵਿੱਚ ਆਈ ਤਾਂ ਕੁਝ ਦਿਨਾਂ ਬਾਅਦ ਹੀ ਉਸਦੇ ਪੋਤੜਿਆਂ ਦੀ ਖੋਜ ਪੜਤਾਲ ਬੰਟੀ ਦੀ ਮੰਮੀ ਕਰ ਆਈ। ਸ਼ਾਮ ਨੂੰ ਜਦੋਂ ਮੁਹੱਲੇ ਦੀਆਂ ਔਰਤਾਂ ਦੀ ਜੁੱਟ ਮੰਡਲੀ ਬੈਠੀ ਤਾਂ ਉਸਨੇ ਉਸ ਔਰਤ ਦਾ ਸਾਰਾ ਅੱਗਾ ਪਿੱਛਾ ਖੰਗਾਲ ਮਾਰਿਆ। ਭਰਪੂਰ ਚਰਚਾ ਹੋਈ। ਇਸ ਔਰਤ ਦੀ ਵਜ੍ਹਾ ਨਾਲ ਮੁਹੱਲੇ ਤੇ ਕੋਈ ਦਾਗ ਨਾ ਲੱਗ ਜਾਏ, ਸੋ ਉਸ ਔਰਤ ਦੇ ਚਿਹਨ ਚੱਕਰਾਂ ਉੱਪਰ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਬੰਟੀ ਦੀ ਮੰਮੀ ਨੇ ਆਪਣੇ ਸਿਰ ਆਪ ਹੀ ਲੈ ਲਈ। ਰਾਤ ਨੂੰ ਮੇਰੀ ਧਰਮ ਪਤਨੀ ਨੇ ਜੁੱਟ ਮੰਡਲੀ ਵਿੱਚ ਹੋਈ ਚੁੰਝ ਚਰਚਾ ਦਾ ਨਿਚੋੜ ਮੈਨੂੰ ਪੁੱਜਦਾ ਕਰ ਦਿੱਤਾ। ਸਾਹਮਣੇ ਵਾਲੇ ਮਕਾਨ ਵਿੱਚ ਕਿਰਾਏ ਤੇ ਰਹਿਣ ਆਈ ਔਰਤ ਦਾ ਨਾਂ ਦਿਲਜੀਤ ਹੈ। ਨਾਲ ਰਹਿੰਦਾ ਛੋਟਾ ਬੱਚਾ ਉਸਦਾ ਬੇਟਾ ਹੈ। ਘਰ ਵਾਲਾ ਕੈਨੇਡਾ ਗਿਆ ਹੈ, ਪੱਕਿਆਂ ਹੁੰਦਿਆਂ ਹੀ ਉਸਨੂੰ ਬੁਲਾ ਲਵੇਗਾ। ਪਹਿਲਾਂ ਕਿਸੇ ਨਿੱਜੀ ਅਦਾਰੇ ਵਿੱਚ ਕੰਮ ਕਰਦੀ ਸੀ, ਅੱਜ ਕੱਲ੍ਹ ਕਿਸੇ ਰੋਜ਼ਾਨਾ ਅਖਬਾਰ ਵਿੱਚ ਪ੍ਰੂਫ ਰੀਡਰ ਦੀ ਨੌਕਰੀ ਕਰਦੀ ਹੈ। ਡਿਊਟੀ ਸ਼ਿਫਟਾਂ ਵਿੱਚ ਲੱਗਦੀ ਹੈ, ਦੇਰ ਸਵੇਰ ਹੋ ਜਾਂਦੀ ਹੈ। ਸਹੁਰੇ ਨਜ਼ਦੀਕ ਦੇ ਪਿੰਡ ਵਿੱਚ ਹਨ। ਕੋਈ ਨਾ ਕੋਈ ਘਰੋਂ ਤੁਰਿਆ ਰਹਿੰਦਾ ਹੈ। ਜਿਹੜੇ ਲੋਕ ਵੇਲੇ ਕੁਵੇਲੇ ਉਸਦੇ ਘਰ ਤੁਰੇ ਰਹਿੰਦੇ ਹਨ, ਉਹਨਾਂ ਵਿੱਚ ਜ਼ਿਆਦਾਤਰ ਉਸਦੇ ਦਫ਼ਤਰ ਦੇ ਹੀ ਹੁੰਦੇ ਹਨ। ਜਿਹੜਾ ਵੱਡੀ ਗੱਡੀ ਵਾਲਾ ਸਰਦਾਰ ਆਉਂਦਾ ਹੈ, ਉਹ ਉਸਦਾ ਜੇਠ ਹੈ। ਉਹ ਕਿਸੇ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਲੱਗਾ ਹੈ। ਕਦੇ ਕਦੇ ਉਹ ਉਸਦਾ ਪਤਾ ਲੈਣ ਇੱਥੇ ਆਉਂਦਾ ਹੈ। ਜੇ ਦੇਰ ਸਵੇਰ ਹੋ ਜਾਏ ਤਾਂ ਇੱਥੇ ਰੁਕ ਵੀ ਜਾਂਦਾ ਹੈ। ਦਿਲਜੀਤ ਇਕੱਲੀ ਰਹਿੰਦੀ ਹੈ। ਮੇਰੀ ਨਜ਼ਰ ਹਰ ਸਮੇਂ ਉਸਦਾ ਪਿੱਛਾ ਕਰਦੀ ਰਹਿੰਦੀ। ਉਸਦੇ ਮੱਥੇ ਦੀ ਨਾਗਣ ਰੂਪੀ ਬਿੰਦੀ ਹਰ ਸਮੇਂ ਮੇਰੇ ਦਿਲ ਤੇ ਦਿਮਾਗ ਉੱਤੇ ਡੰਗ ਮਾਰਦੀ। ਮੈਂ ਉਸ ਨਾਲ ਸੰਪਰਕ ਸਾਧਨ ਦੇ ਯਤਨ ਤੇਜ਼ ਕਰ ਦਿੱਤੇ। ਇੱਕ ਦਿਨ ਬਾਹਰ ਬਾਲਕੋਨੀ ਵਿੱਚ ਖੜਾ ਕੋਡਲੈਸ ਫੋਨ ਰਾਹੀਂ ਕਿਸੇ ਮਿੱਤਰ ਨੂੰ ਆਪਣਾ ਮੋਬਾਈਲ ਨੰਬਰ ਉੱਚੀ ਆਵਾਜ਼ ਵਿੱਚ ਲਿਖਵਾ ਰਿਹਾ ਸੀ। ਉਹ ਬਾਹਰ ਆਪਣੀ ਬਾਲਕੋਨੀ ਵਿੱਚ ਬੈਠੀ ਆਪਣੇ ਬੇਟੇ ਨੂੰ ਸਕੂਲ ਦਾ ਕੰਮ ਕਰਵਾ ਰਹੀ ਸੀ। ਇੱਕ ਦੋ ਵਾਰ ਮੇਰੇ ਵੱਲ ਦੇਖ ਕੇ ਮੁਸਕਰਾਈ, ਜਿਵੇਂ ਉਹ ਮੇਰਾ ਮੰਤਵ ਸਮਝ ਗਈ ਹੋਵੇ। ਮੈਂ ਉਸ ਨਾਲ ਬਿਤਾਉਣ ਵਾਲੇ ਕਈ ਪਲਾਂ ਨੂੰ ਸਿਰਜ ਲਿਆ। ਕਈ ਦਿਲਚਸਪ ਸਕੀਮਾਂ ਘੜ ਲਈਆਂ। ਕਿਹੜੀ ਸਥਿਤੀ ਵਿੱਚ ਕੀ ਕਰਨਾ ਹੈ, ਮੌਕਾ ਮਿਲਣ 'ਤੇ ਕਿਸੇ ਹੋਟਲ ਵਿੱਚ ਜਾਣਾ ਹੈ ਜਾਂ ਕਿਸੇ ਛੜੇ ਦੋਸਤ ਦੇ ਕਮਰੇ ਦੀਆਂ ਸੇਵਾਵਾਂ ਲੈਣੀਆਂ ਹਨ। ਦਿਲਜੀਤ ਹੁਣ ਮੇਰੇ ਖਿਆਲਾਂ ਵਿੱਚ ਹਰ ਸਮੇਂ ਛਾਈ ਰਹਿੰਦੀ। ਮੇਰਾ ਮਨ ਥੀਸਸ ਲਿਖਣ ਵਿੱਚ ਨਹੀਂ ਲੱਗਦਾ। ਹਾਲਾਂਕਿ ਐਸਾ ਅਜੇ ਕੁਝ ਵੀ ਯਕੀਨੀ ਨਹੀਂ ਸੀ ਕਿ ਕੁਝ ਰੋਮਾਂਟਿਕ ਵਾਪਰੇਗਾ, ਪਰ ਫਿਰ ਵੀ ਮੈਂ ਕਿਸੇ ਉਡੀਕ ਵਿੱਚ ਰਹਿੰਦਾ। ਮੈਨੂੰ ਲੱਗਦਾ ਸੀ ਕਿ ਉਸ ਦਿਨ ਉਸਨੇ ਮੇਰਾ ਨੰਬਰ ਲਿਖ ਲਿਆ ਸੀ ਤੇ ਉਹ ਮੈਨੂੰ ਜ਼ਰੂਰ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗੀ। ਕਈ ਦਿਨਾਂ ਤੱਕ ਮੈਂ ਉਸਦੇ ਫੋਨ ਦਾ ਇੰਤਜ਼ਾਰ ਕਰਦਾ ਰਿਹਾ, ਪਰ ਸਭ ਬੇਅਰਥ ਗਿਆ। ਉਸਦਾ ਕੋਈ ਫੋਨ ਨਹੀਂ ਆਇਆ। ਗਾਹੇ ਬਗਾਹੇ ਉਸਦੇ ਦਰਸ਼ਨ ਹੁੰਦੇ ਰਹਿੰਦੇ। ਮੈਂ ਉਸਦੇ ਚਿਹਰੇ ਤੇ ਹਾਵਾਂ ਭਾਵਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਕੁਝ ਵੀ ਪੱਲੇ ਨਹੀਂ ਪੈਂਦਾ। ਮੈਨੂੰ ਆਪਣੀ ਪਤਨੀ ਦਾ ਵੀ ਡਰ ਲੱਗਾ ਰਹਿੰਦਾ। ਉਹ ਵੀ ਮੇਰੇ ਵਿੱਚ ਪੈਦਾ ਹੋ ਰਹੀਆਂ ਨਵੀਆਂ ਹਰਕਤਾਂ ਤੇ ਨਜ਼ਰ ਰੱਖਦੀ। ਵੇਲੇ ਕੁਵੇਲੇ ਕਮਰੇ ਵਿੱਚ ਆ ਟਪਕਦੀ। ਸਭ ਤੋਂ ਪਹਿਲਾਂ ਬਾਲਕੋਨੀ ਵਿੱਚ ਜਾ ਕੇ ਵੇਖਦੀ ਕਿ ਉਹ ਔਰਤ ਕਿਤੇ ਬਾਹਰ ਪੋਚਾ ਤੇ ਨਹੀਂ ਲਗਾ ਰਹੀ, ਉੱਚੀ ਉੱਚੀ ਮੋਬਾਈਲ ਤੇ ਗੱਲਾਂ ਤਾਂ ਨਹੀਂ ਕਰ ਰਹੀ। ਅੱਜ ਕੱਲ੍ਹ ਤੁਸੀਂ ਬਾਲਕੋਨੀ ਵਿੱਚ ਕੁਝ ਜ਼ਿਆਦਾ ਨਹੀਂ ਬੈਠਣ ਲੱਗ ਪਏ? ਮੈਂ ਪਤਨੀ ਵੱਲੋਂ ਅਚਾਨਕ ਕੀਤੇ ਸਵਾਲ ਤੋਂ ਡਰ ਜਾਂਦਾ। ਮੈਨੂੰ ਲੱਗਦਾ ਜਿਵੇਂ ਪਤਨੀ ਨੇ ਮੇਰੀ ਕੋਈ ਚੋਰੀ ਫੜ ਲਈ ਹੋਵੇ। ਮੈਂ ਇੱਧਰ ਉੱਧਰ ਦੀਆਂ ਮਾਰ ਕੇ ਆਪਣਾ ਬਚਾਅ ਕਰ ਜਾਂਦਾ। ਇੱਕ ਰਾਤ ਕੁਝ ਸ਼ੋਰ ਸ਼ਰਾਬਾ ਸੁਣ ਕੇ ਅਚਾਨਕ ਸਾਡੀ ਨੀਂਦ ਖੁੱਲੀ। ਘੜੀ ਤੇ ਦੇਖਿਆ ਤਾਂ ਰਾਤ ਦੇ 2:30 ਵੱਜੇ ਹੋਏ ਸਨ। ਬਾਹਰ ਗਲੀ ਵਿੱਚ ਮੁਹੱਲੇ ਦੇ ਲੋਕਾਂ ਦਾ ਇਕੱਠ ਹੋਇਆ ਪਿਆ ਸੀ। ਦੋ ਪੁਲਸੀਏ ਵੀ ਮੋਟਰਸਾਈਕਲ ਦੇ ਸਹਾਰੇ ਖੜੇ ਸਨ। ਉਹਨਾਂ ਹੱਥ ਵਿੱਚ ਇੱਕ ਕਾਪੀ ਤੇ ਪੈਨ ਫੜਿਆ ਹੋਇਆ। ਸਾਰੇ ਘੁਸਰ ਫੁਸਰ ਕਰ ਰਹੇ ਸਨ।
ਲੋਕਾਂ ਵਿੱਚ ਦਿਲਜੀਤ ਵੀ ਸੀ। ਮੇਰਾ ਧਿਆਨ ਉਸ ਵੱਲ ਗਿਆ ਤੇ ਉਸਨੇ ਬਹੁਤ ਹੀ ਦਿਲ ਖਿੱਚਵੀਂ ਨਾਈਟੀ ਪਾਈ ਹੋਈ ਸੀ, ਮੱਥੇ ਤੇ ਚੰਦਰਮੁਖੀ ਬਿੰਦੀ ਵੀ ਕਾਇਮ। ਇੱਕ ਗੱਲ ਤਾਂ ਪੱਕੀ ਸੀ ਕਿ ਦਿਨ ਹੋਵੇ ਜਾਂ ਰਾਤ, ਪਰ ਦਿਲਜੀਤ ਦੇ ਮੱਥੇ ਦੀ ਬਿੰਦੀ ਹਮੇਸ਼ਾ ਟਿਕਾਣੇ ਸਿਰ ਹੁੰਦੀ। ਦਿਲਜੀਤ ਗੁੱਸੇ ਵਿੱਚ ਕਿਸੇ ਨਾਗਣ ਵਾਂਗ ਫੁੰਕਾਰੇ ਮਾਰ ਰਹੀ। ਇੱਕ 35-36 ਸਾਲ ਦੀ ਉਮਰ ਦਾ ਆਦਮੀ ਆਪਣੀ ਸ਼ਰਾਫਤ ਦੀ ਸਫਾਈ ਦੇ ਰਿਹਾ। ਦਿਲਜੀਤ ਪੁਲਿਸ ਵਾਲੇ ਨੂੰ ਸ਼ਿਕਾਇਤ ਕਰ ਰਹੀ ਸੀ ਕਿ ਇਹ ਆਦਮੀ ਗਾਹੇ ਵਗਾਏ ਉਸਨੂੰ ਤੰਗ ਕਰਦਾ ਹੈ। ਕਦੇ ਰਾਹ ਵਿੱਚ ਜਾਂਦੇ ਹੋਏ ਸਕੂਟਰ ਤੋਂ ਦੋਨੋਂ ਹੱਥ ਚੁੱਕ ਕੇ ਉੱਚੀ ਜਿਹੀ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ, ਅੱਖਾਂ ਤੇ ਹੱਥਾਂ ਨਾਲ ਭੱਦੇ-ਭੱਦੇ ਇਸ਼ਾਰੇ ਕਰਦਾ ਹੈ, ਹੇਠੋਂ ਘਰ ਦੀ ਬੈਲ ਵਜਾ ਕੇ ਭੱਜ ਜਾਂਦਾ ਹੈ। ਦਿਲਜੀਤ ਦੀ ਸ਼ਿਕਾਇਤ ਦੀ ਪ੍ਰੋੜਤਾ ਕਰਨ ਲਈ ਉਸਦੇ ਹੇਠਾਂ ਵਾਲੇ ਕਮਰਿਆਂ ਵਿੱਚ ਰਹਿੰਦੀਆਂ 2 ਜਵਾਨ ਕੁੜੀਆਂ ਵੀ ਉਸ ਆਦਮੀ ਤੇ ਉਹਨਾਂ ਨੂੰ ਤੰਗ ਕਰਨ ਦਾ ਦੋਸ਼ ਲਗਾ ਰਹੀਆਂ ਸਨ। ਪੁਲਿਸ ਵਾਲਿਆਂ ਉਸ ਆਦਮੀ ਦੀ ਪਤਨੀ ਨੂੰ ਵੀ ਬੁਲਾ ਲਿਆ। ਉਹ ਆਪਣੇ ਪਤੀ ਦੇ ਚੰਗੇ ਚਾਲ ਚੱਲਣ ਦੀ ਭਰਪੂਰ ਗਵਾਹੀ ਦੇ ਰਹੀ ਸੀ। ਪੁਲਿਸ ਦੇ ਇਹ ਪੁੱਛਣ ਤੇ ਕਿ ਇਹ ਮਾਮਲਾ ਰਾਤ ਨੂੰ 2 ਵਜੇ ਕਿਸ ਤਰ੍ਹਾਂ ਭਖਿਆ ਤਾਂ ਆਦਮੀ ਨੇ ਦੱਸਿਆ ਕਿ ਉਹ ਤਾਂ ਦੂਸਰੇ ਮੁਹੱਲੇ ਵਿੱਚ ਰਹਿੰਦਾ ਹੈ। ਇਸ ਮੁਹੱਲੇ ਵਿੱਚ ਲੱਗਾ ਬਿਜਲੀ ਦਾ ਟਰਾਂਸਮੀਟਰ ਦੇਖਣ ਆਇਆ ਸੀ, ਕਿਉਂਕਿ ਉਹਨਾਂ ਦੇ ਘਰ 2 ਘੰਟੇ ਤੋਂ ਬਿਜਲੀ ਗੁੱਲ ਸੀ। ਉਸਨੇ ਬਿਜਲੀ ਮਹਿਕਮੇ ਵਾਲਿਆਂ ਨੂੰ ਫੋਨ ਤੇ ਸ਼ਿਕਾਇਤ ਲਿਖਵਾਈ ਸੀ, ਪਰ ਉਹ ਤਦ ਤੱਕ ਪਹੁੰਚੇ ਨਹੀਂ ਸਨ। ਭਾਜੀ, ਇਸੇ ਦੌਰਾਨ ਇਸਨੇ 3-4 ਵਾਰ ਬੈਲ ਵਜਾਈ ਤੇ ਦੌੜ ਗਿਆ। ਦਿਲਜੀਤ ਉਸਨੂੰ ਬੋਲਣ ਨਹੀਂ ਦੇ ਰਹੀ ਸੀ। ਆਦਮੀ ਪੁਲਿਸ ਅੱਗੇ ਲਿੜਕੜੀਆਂ ਕੱਢ ਰਿਹਾ ਸੀ। ਭੈਣ ਜੀ ਨੂੰ ਭੁਲੇਖਾ ਪਿਆ ਹੋਣਾ, ਕੋਈ ਹੋਰ ਹੋਣਾ ਭੈਣ ਜੀ। ਜੇ ਪੁਲਿਸ ਨੇ ਰਿਪੋਰਟ ਲਿਖ ਦਿੱਤੀ ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਬੋਲਦਾ ਹੋਇਆ ਉਹ ਦਿਲਜੀਤ ਦੇ ਪੈਰੀਂ ਪੈ ਰਿਹਾ ਸੀ। ਉਸਦੀ ਪਤਨੀ ਵੀ ਦਿਲਜੀਤ ਅੱਗੇ ਹੱਥ ਜੋੜ ਰਹੀ ਸੀ। ਆਖਰ ਕਹਿ ਕੁਹਾ ਕੇ ਥੋੜ੍ਹੀ ਦੇਰ ਬਾਅਦ ਉਸ ਨੇ ਲਿਖਤੀ ਮੁਆਫ਼ੀ ਮੰਗ ਲਈ ਤੇ ਦੁਬਾਰਾ ਇਸ ਪਾਸੇ ਤੋਂ ਕਦੇ ਵੀ ਨਹੀਂ ਲੰਘਣ ਦਾ ਵਾਸਤਾ ਦੇ ਕੇ ਪੁਲਿਸ ਤੇ ਦਿਲਜੀਤ ਕੋਲੋਂ ਖਹਿੜਾ ਛੁਡਾ ਕੇ ਚਲਿਆ ਗਿਆ। ਕੁਝ ਦੇਰ ਬਾਅਦ ਬਾਕੀ ਲੋਕ ਤੇ ਪੁਲਿਸ ਵਾਲੇ ਵੀ ਚਲੇ ਗਏ। ਉਹਨਾਂ ਸਾਰਿਆਂ ਦੇ ਜਾਣ ਮਗਰੋਂ ਦਿਲਜੀਤ ਤੇ ਕੁੜੀਆਂ ਆਪਸ ਵਿੱਚ ਹੌਲੇ-ਹੌਲੇ ਫੁਸਫੁਸਾ ਰਹੀਆਂ ਸਨ। ਮੈਂ ਤੇ ਮੇਰੀ ਪਤਨੀ ਇਹ ਨਜ਼ਾਰਾ ਉੱਪਰ ਬਾਲਕੋਨੀ ਵਿੱਚ ਖੜੇ ਹੀ ਦੇਖਦੇ ਰਹੇ। ਅਸੀਂ ਇਸ ਝੰਜਟ ਵਿੱਚ ਨਾ ਪੈਣਾ ਹੀ ਬਿਹਤਰ ਸਮਝਿਆ। ਅਸੀਂ ਬੈੱਡ ਤੇ ਜਾ ਕੇ ਪੈ ਗਏ। ਅੰਕਲ ਜੀ, ਇਸ ਆਦਮੀ ਨੇ ਮੇਰਾ ਜੀਣਾ ਖਰਾਬ ਕੀਤਾ ਹੋਇਆ ਸੀ। ਬਹੁਤ ਵਾਰ ਇਸਨੇ ਮੇਰਾ ਪਿੱਛਾ ਕੀਤਾ। ਇੱਕ ਵਾਰ ਕਹਿੰਦਾ ਮੈਨੂੰ ਆਪਣਾ ਮੋਬਾਈਲ ਨੰਬਰ ਲਿਖਵਾ ਦੇ। ਇੱਕ ਦਿਨ ਤਾਂ ਮੇਰੇ ਦਫ਼ਤਰ ਪਹੁੰਚ ਗਿਆ। ਮੈਂ ਸੋਚਦੀ ਸਾਂ ਚਲੋ ਛੱਡੋ ਪਰਾਂ, ਆਪੇ ਸੁਧਰ ਜਾਊ, ਪਰ ਅੰਕਲ ਜੀ ਅੱਜ ਤਾਂ ਹੱਦ ਹੋ ਗਈ। ਰਾਤ ਨੂੰ 2 ਵਜੇ ਬੈਲ ਮਾਰ ਦਿੱਤੀ। ਇਹ ਕੋਈ ਸ਼ਰੀਫ ਬੰਦਿਆਂ ਦਾ ਕੰਮ ਹੈ? ਇਹ ਸੋਚਦਾ ਹੋਊ ਮੈਂ ਇਕੱਲੀ ਰਹਿੰਦੀ ਹਾਂ, ਜੋ ਮਰਜ਼ੀ ਕਰ ਲਓ। ਅੰਕਲ ਜੀ, ਮੈਂ ਤਾਂ ਅੱਜ ਉਸਨੂੰ ਥਾਣੇ ਪਹੁੰਚਾ ਕੇ ਹੀ ਦਮ ਲੈਣਾ ਸੀ। ਇਹ ਤਾਂ ਤੁਸੀਂ ਕਹਿ ਕੁਹਾ ਕੇ ਉਸਨੂੰ ਬਚਾ ਲਿਆ। ਅੰਕਲ ਜੀ, ਮੈਂ ਆਮ ਉਹਨਾਂ ਘਰੇਲੂ ਔਰਤਾਂ ਵਿੱਚੋਂ ਨਹੀਂ ਹਾਂ ਕਿ ਚੁੱਪ ਰਹਿੰਦੀ। ਪੜ੍ਹੀ ਲਿਖੀ ਹਾਂ, ਖਾਨਦਾਨੀ ਹਾਂ, ਆਪਣਾ ਚੰਗਾ ਭਲਾ ਖੂਬ ਜਾਣਦੀ ਹਾਂ। ਹੇਠ ਵਾਲੀਆਂ ਕੁੜੀਆਂ ਨੂੰ ਤਾਂ ਮੈਂ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਦੇਰ ਸਵੇਰ ਹੁੰਦੀ ਰਹਿੰਦੀ ਹੈ। ਘਰ ਵੀ ਵੇਲੇ ਕੁ ਵੇਲੇ ਲੋਕ ਤੁਰੇ ਰਹਿਣਗੇ, ਪਰ ਇਸ ਦਾ ਮਤਲਬ ਨਹੀਂ ਕਿ ਮੈਂ ਕੋਈ ਗਲਤ ਔਰਤ ਹਾਂ। ਅੰਕਲ ਜੀ, ਵੈਸੇ ਵੀ ਜੇ ਔਰਤ ਦੀ ਮਰਜ਼ੀ ਨਾ ਹੋਵੇ ਤਾਂ ਕਿਸੇ ਦੀ ਕੀ ਹਿੰਮਤ ਕਿ ਉਸਨੂੰ ਹੱਥ ਵੀ ਲਾ ਜਾਵੇ। ਉਹ ਮੇਰੇ ਪਿਤਾ ਜੀ ਨਾਲ ਗੱਲ ਕਰ ਰਹੀ ਸੀ। ਪਿਤਾ ਜੀ ਵੀ ਹੱਲਾ ਗੁੱਲਾ ਸੁਣ ਕੇ ਬਾਹਰ ਗੇਟ ਕੋਲ ਆ ਖੜੇ ਸਨ। ਮੇਰੀ ਪਤਨੀ ਸ਼ਾਇਦ ਸੌਂ ਗਈ ਸੀ, ਪਰ ਮੇਰੇ ਕੰਨ ਦਿਲਜੀਤ ਵੱਲ ਹੀ ਲੱਗੇ ਸਨ। ਮੈਨੂੰ ਲੱਗੇ ਕਿ ਜਿਹੜਾ ਬੰਦਾ ਹੁਣੇ ਹੀ ਦਿਲਜੀਤ ਤੇ ਪੁਲਿਸ ਤੋਂ ਖਹਿੜਾ ਛੁਡਾ ਕੇ ਗਿਆ ਹੈ ਉਹ ਕੋਈ ਹੋਰ ਨਹੀਂ ਸਗੋਂ ਮੈਂ ਹੀ ਸੀ। ਦਿਲਜੀਤ ਅਸਲ ਵਿੱਚ ਮੈਨੂੰ ਖਬਰਦਾਰ ਕਰਨ ਸਦਕਾ ਹੀ ਮੇਰੇ ਪਿਤਾ ਜੀ ਨੂੰ ਇਹ ਗੱਲਾਂ ਸੁਣਾ ਰਹੀ ਸੀ। ਉਸਦੇ ਬੋਲੇ ਬੋਲ ਸਾਰੀ ਰਾਤ ਮੇਰੇ ਖਿਆਲਾਂ ਵਿੱਚ ਭਾਰੂ ਰਹੇ। ਉਸਦਾ ਇਹ ਭਿਆਨਕ ਰੂਪ ਮੈਨੂੰ ਬਹੁਤ ਡਰਾਉਣਾ ਲੱਗਾ। ਇੱਕ ਦਿਨ ਅਚਾਨਕ ਸਾਡਾ ਘਰ ਦੇ ਬਾਹਰ ਹੀ ਆਹਮਣਾ ਸਾਹਮਣਾ ਹੋ ਗਿਆ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਕਿੱਥੇ ਕੰਮ ਕਰਦੇ ਹੋ? ਉਸਦੇ ਸ਼ਬਦ ਮੇਰੇ ਸਰੀਰ ਵਿੱਚ ਕਿਸੇ ਤਿੱਖੇ ਤੇ ਜ਼ਹਿਰੀਲੇ ਤੀਰ ਵਾਂਗ ਖੁੱਭ ਗਏ। ਮੈਂ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹਾਂ। ਮੇਰੀ ਆਵਾਜ਼ ਗਲੇ ਤੋਂ ਬਾਹਰ ਨਹੀਂ ਆ ਰਹੀ ਸੀ। ਮੈਂ ਮੁਸ਼ਕਲ ਨਾਲ ਉਸ ਵੱਲ ਦੇਖਿਆ। ਉਸਨੇ ਵੱਡ ਆਕਾਰੀ ਤ੍ਰਿਸ਼ੂਲ ਰੂਪੀ ਬਿੰਦੀ ਲਗਾਈ ਹੋਈ ਸੀ। ਉਸ ਦਿਨ ਉਸਦਾ ਚਿਹਰਾ ਮੈਨੂੰ ਡਰਾਉਣੀ ਸ਼ਕਲ ਅਖਤਿਆਰ ਕਰੀ ਕਿਸੇ ਦੇਵੀ ਵਰਗਾ ਲੱਗਿਆ, ਜਿਸ ਦੇ ਨਗਨ ਸਰੀਰ ਤੇ ਨਾਗ, ਤ੍ਰਿਸ਼ੂਲ, ਚੰਦਰਮਾ, ਸੂਰਜ, ਗੋਲ ਤੇ ਤਿਕੋਣ ਰੂਪੀ ਕਈ ਤਰ੍ਹਾਂ ਦੀਆਂ ਛੋਟੀਆਂ ਤੇ ਵੱਡੀਆਂ ਬਿੰਦੀਆਂ ਚਿਪਕੀਆਂ ਹੋਣ। ਉਸ ਦਾ ਇਹ ਡਰਾਉਣਾ ਰੂਪ ਕਿਆਸ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ।
ਮੈਂ ਜਲਦੀ ਹੀ ਗੱਡੀ 'ਚ ਬੈਠ ਕੇ ਚਲਾ ਗਿਆ। ਉਸ ਦਾ ਵੀਰ ਜੀ ਕਹਿਣਾ ਮੇਰੇ ਪਿੱਛੇ ਕਿਸੇ ਭੂਤ ਵਾਂਗ ਪੈ ਗਿਆ। ਹੌਲੇ-ਹੌਲੇ ਮੇਰੀ ਦਿਲਚਸਪੀ ਉਸ ਵਿੱਚ ਘਟਦੀ ਗਈ। ਉਸਨੂੰ ਸਕੂਟਰ 'ਤੇ ਜਾਂਦੀ ਵੀ ਨਹੀਂ ਦੇਖਦਾ। ਉਹ ਵੀ ਮੁਹੱਲੇ ਦੀ ਇੱਕ ਆਮ ਔਰਤ ਵਾਂਗ ਹੋ ਗਈ, ਜਿਸ ਨੂੰ ਜਦੋਂ ਵੀ ਮੱਥੇ ਲੱਗੇ ਦੁਆ ਸਲਾਮ ਕਰਨੀ ਹੀ ਪੈਂਦੀ ਹੈ। ਪਰ ਉਹ ਜਦੋਂ ਵੀ ਮਿਲਦੀ ਤਾਂ ਬੜੀ ਅਜੀਬ ਜਿਹੀ ਦਿੱਖ ਨਾਲ ਮੇਰੇ ਵੱਲ ਤੱਕਦੀ, ਜਿਵੇਂ ਮੈਨੂੰ ਚਿੜਾ ਰਹੀ ਹੋਵੇ। ਹੁਣ ਵੱਡੀ ਗੱਡੀ ਵਾਲੇ ਸਰਦਾਰ ਦੀ ਫੇਰੀ ਵੱਧ ਗਈ ਸੀ। ਉਸ ਦੇ ਘਰ ਦੇ ਹੇਠਾਂ ਟੇਢੀ ਜਿਹੀ ਕਰਕੇ ਲਗਾਈ ਵੱਡੀ ਜਿਹੀ ਕਾਲੇ ਰੰਗ ਦੀ ਗੱਡੀ ਮੈਨੂੰ ਕਿਸੇ ਅਜਗਰ ਵਾਂਗ ਲੱਗਦੀ। ਉਹ ਰਾਤ ਨੂੰ ਘਰ ਅੰਦਰ ਕੀ ਕਰਦੇ ਹੋਣਗੇ? ਮੇਰੇ ਦਿਮਾਗ ਵਿੱਚ ਉਸਦੇ ਬੈੱਡਰੂਮ ਦੇ ਸਵੈ ਸਿਰਜੇ ਦ੍ਰਿਸ਼ ਨੱਚਣ ਲੱਗ ਪੈਂਦੇ। ਮੇਰੀਆਂ ਸੋਚਾਂ ਆਪਸ ਵਿੱਚ ਉਛਲਦੀਆਂ ਰਹਿੰਦੀਆਂ, ਖਹਿੰਦੀਆਂ ਰਹਿੰਦੀਆਂ। ਕਦੇ ਇੱਕ ਸੋਚ ਦਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਦੂਸਰੀ ਦਾ। ਇੱਕ ਦਿਨ ਮਨ ਕਹਿੰਦਾ ਕਿ ਇਹ ਸਰਦਾਰ ਸੱਚਮੁੱਚ ਉਸਦਾ ਜੇਠ ਹੀ ਲੱਗਦਾ, ਤੇ ਜੇਠ ਤਾਂ ਵੱਡਿਆਂ ਭਰਾਵਾਂ ਵਰਗੇ ਹੀ ਹੁੰਦੇ ਨੇ, ਨਾਲੇ ਉਹਨਾਂ ਦੀ ਉਮਰ ਵਿੱਚ ਅੰਤਰ ਵੀ ਬਹੁਤ ਜ਼ਿਆਦਾ ਹੈ। ਪਰ ਦੂਸਰਾ ਮਨ ਕਹਿੰਦਾ ਕਿ ਨਹੀਂ, ਇਹਨਾਂ ਵਿਚਕਾਰ ਜ਼ਰੂਰ ਕੋਈ ਨਾਜਾਇਜ਼ ਰਿਸ਼ਤਾ ਹੈ। ਵੈਸੇ ਵੀ ਕਿੰਨੀ ਦੇਰ ਹੋ ਗਈ ਹੈ ਦਲਜੀਤ ਦੇ ਪਤੀ ਨੂੰ ਕੈਨੇਡਾ ਗਿਆ ਨੂੰ। ਉਸਨੂੰ ਵੀ ਤਾਂ ਕਿਸੇ ਮਰਦ ਦੀ ਸ਼ੋਅ ਦੀ ਜ਼ਰੂਰਤ ਮਹਿਸੂਸ ਹੁੰਦੀ ਹੋਵੇਗੀ। ਇਸ ਦੇਹ ਦਾ ਕੁਝ ਨਾ ਕੁਝ ਇਲਾਜ ਤਾਂ ਕਰਨਾ ਹੀ ਪੈਂਦਾ ਹੋਵੇਗਾ। ਭੋਜਨ ਦੇ ਨਾਲ ਹੋਰ ਲੋੜਾਂ ਵੀ ਤਾਂ ਹੋਣਗੀਆਂ। ਮੈਂ ਕਈ ਚਿਰ ਇਸ ਤਰ੍ਹਾਂ ਦੀਆਂ ਉਲਝਣਾਂ ਵਿੱਚ ਉਲਝਿਆ ਰਿਹਾ। ਕਦੇ-ਕਦੇ ਮੇਰਾ ਦਿਲ ਕਰਦਾ ਕਿ ਮੈਂ ਆਪਣੀ ਪਤਨੀ ਨਾਲ ਸਰਦਾਰ ਤੇ ਦਿਲਜੀਤ ਦੇ ਰਿਸ਼ਤੇ ਬਾਰੇ ਚਰਚਾ ਕਰਾਂ, ਪਰ ਚੁੱਪ ਰਹਿੰਦਾ। ਪ੍ਰੋਫੈਸਰ ਸਾਹਿਬ, ਤੁਹਾਨੂੰ ਬੜਾ ਫਿਕਰ ਲੱਗਾ ਹੈ ਉਹਨਾਂ ਦੇ ਰਿਸ਼ਤੇ ਬਾਰੇ। ਤੁਸੀਂ ਆਪਣੇ ਥੀਸਿਸ ਵਿੱਚ ਲਿਖਣ ਵਿੱਚ ਧਿਆਨ ਦਿਓ, ਜਿਹਦੇ ਲਈ ਤੁਸੀਂ 3 ਮਹੀਨੇ ਦੀ ਛੁੱਟੀ ਲਈ ਹੈ। ਘਰ ਵਾਲੀ ਜ਼ਰੂਰ ਕੁਝ ਇਸ ਤਰ੍ਹਾਂ ਦਾ ਹੀ ਜਵਾਬ ਦੇਵੇਗੀ। ਸੋ ਡਰ ਦਾ ਮਾਰਾ ਮੈਂ ਇਸ ਬਾਰੇ ਕੋਈ ਗੱਲ ਹੀ ਨਹੀਂ ਛੇੜਦਾ, ਸਗੋਂ ਉਸ ਸਾਹਮਣੇ ਇੰਜ ਪੇਸ਼ ਹੁੰਦਾ ਕਿ ਜਿਵੇਂ ਆਪਣੇ ਕੰਮ ਵਿੱਚ ਰੁੱਝਿਆ ਹੋਵਾਂ। ਸਰਦਾਰ ਤੇ ਦਿਲਜੀਤ ਦੇ ਰਿਸ਼ਤੇ ਬਾਰੇ ਊਟ-ਪਟਾਂਗ ਸੋਚ ਕੇ ਮੈਂ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ। ਹਰ ਕਿਸੇ ਰਿਸ਼ਤੇ ਬਾਰੇ ਗਲਤ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਸਾਰੇ ਰਿਸ਼ਤਿਆਂ ਨੂੰ ਇੱਕ ਨਜ਼ਰ ਵਿੱਚ ਵੇਖਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਸਿਰਫ ਹਰ ਰਿਸ਼ਤਾ ਵਾਸ਼ਨਾ ਦਾ ਹੀ ਰਿਸ਼ਤਾ ਹੈ, ਜਿਵੇਂ ਹਰ ਦੇਹੀ ਦੂਸਰੀ ਦੇਹ ਨੂੰ ਭੋਗਣਾ ਚਾਹੁੰਦੀ ਹੋਵੇ। ਇਹਨਾਂ ਖਿਆਲਾਂ ਤੇ ਸੋਚਾਂ ਦੇ ਉਥਲ-ਪੁਥਲ ਤੋਂ ਬਚਣ ਲਈ ਮੈਂ ਸੱਚਮੁੱਚ ਸਾਹਮਣੇ ਵਾਲੇ ਮਕਾਨ ਵੱਲ ਦੇਖਣਾ ਹੀ ਬੰਦ ਕਰ ਦਿੱਤਾ। ਆਪਣੀ ਜ਼ਿੰਦਗੀ ਵਿੱਚ ਰੁੱਝ ਜਾਣ ਲਈ ਉਪਰਾਲੇ ਕਰਨ ਲੱਗਾ। ਮਨ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਲੱਗ ਗਿਆ। ਦਿਲਜੀਤ ਨੇ ਗਲੀ ਮੁਹੱਲੇ ਵਾਲੀਆਂ ਔਰਤਾਂ ਨਾਲ ਕਾਫੀ ਵਾਕਫੀ ਵਧਾ ਲਈ। ਹੁਣ ਉਸਦਾ ਆਂਢ-ਗੁਆਂਢ ਦੇ ਘਰਾਂ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ। ਕਦੇ-ਕਦਾਈਂ ਸਾਡੇ ਘਰ ਬੱਚਿਆਂ ਨਾਲ ਖੇਡ ਰਹੇ ਬੇਟੇ ਨੂੰ ਬੁਲਾਉਣ ਦੇ ਬਹਾਨੇ ਉਹ ਸਾਡੇ ਘਰ ਵੀ ਗੇੜਾ ਮਾਰ ਜਾਂਦੀ। ਹਾਲਾਂਕਿ ਮੇਰੀ ਪਤਨੀ ਉਸਨੂੰ ਠੀਕ ਔਰਤ ਨਹੀਂ ਸਮਝਦੀ। ਇਹ ਸ਼ਰਾਫਤ ਦੇ ਡਰਾਮੇ ਕਰਦੀ ਹੈ। ਦਾਗਾਂ ਨਾਲ ਭਰੇ ਚਿਹਰਿਆਂ ਵਾਲੀਆਂ ਔਰਤਾਂ ਕਦੇ ਵੀ ਨੇਕ ਚਰਿੱਤਰ ਵਾਲੀਆਂ ਨਹੀਂ ਹੁੰਦੀਆਂ। ਇਹ ਤਾਂ ਫੱਫੇ ਕੁੱਟਣੀਆਂ ਹੁੰਦੀਆਂ ਨੇ, ਅਸਮਾਨ ਨੂੰ ਟਾਕੀ ਲਾ ਹੁੰਦੀਆਂ ਨੇ, ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ। ਐਵੇਂ ਤਾਂ ਨਹੀਂ ਇੱਥੇ ਭਾਂਤ-ਭਾਂਤ ਦੇ ਲੋਕ ਤੁਰੇ ਰਹਿੰਦੇ। ਆਹ ਜਿਹੜਾ ਸਰਦਾਰ ਆਉਂਦਾ ਹੈ, ਮੈਨੂੰ ਤਾਂ ਉਹ ਵੀ ਇਸਦਾ ਜੇਠ-ਜੂਠ ਨਹੀਂ ਲੱਗਦਾ। ਲੋਕਾਂ ਦੀ ਅੱਖਾਂ ਵਿੱਚ ਵੀਰ ਜੀ ਦਾ ਘੱਟਾ ਪਾ ਕੇ ਇਹ ਦੋਨੋਂ ਮੂੰਹ ਕਾਲਾ ਕਰਦੇ ਫਿਰਦੇ ਹੋਣੇ ਨੇ। ਮੈਂ ਬੜੀਆਂ ਦੇਖੀਆਂ ਭਰਾ ਬਣਾ ਕੇ ਤੇ ਗੁੱਟ ਤੇ ਰੱਖੜੀਆਂ ਬੰਨ੍ਹਦੀਆਂ ਤੇ ਫਿਰ ਉਸੇ ਨਾਲ ਘਰੋਂ ਭੱਜਦੀਆਂ। ਸਾਡੇ ਪਿੰਡ ਦੀ ਇੱਕ ਕੁੜੀ ਨੇ ਆਪਣੀ ਸਕੀ ਭੂਆ ਦੇ ਵਿਆਹੇ ਮੁੰਡੇ ਨੂੰ ਫਸਾ ਲਿਆ ਸੀ। ਉਸਦਾ ਘਰ ਤਬਾਹ ਕਰਕੇ ਆਪਣਾ ਘਰ ਉਸ ਨਾਲ ਵਸਾ ਲਿਆ। ਦੇਖ ਲੈਣਾ, ਕਿਸੇ ਦਿਨ ਇਸ ਦੇ ਘਰ ਵੀ ਪਟਾਕਾ ਪੈਣਾ ਹੀ ਹੈ। ਮੇਰੀ ਪਤਨੀ ਕਦੇ-ਕਦੇ ਆਪ ਹੀ ਦਿਲਜੀਤ ਬਾਰੇ ਚਰਚਾ ਛੇੜਦੀ। ਮੈਂ ਉਸ ਚਰਚਾ ਵਿੱਚ ਜਾਣ ਬੁੱਝ ਕੇ ਹਿੱਸਾ ਨਹੀਂ ਲੈਂਦਾ। ਮੇਰੀਆਂ ਨਜ਼ਰਾਂ ਵਿੱਚ ਦਿਲਜੀਤ ਇੱਕ ਪਾਕ ਤੇ ਸਹੀ ਔਰਤ ਹੈ, ਸੱਚਮੁੱਚ ਖਾਨਦਾਨੀ, ਚਰਿੱਤਰਵਾਨ, ਬੇਦਾਗ। ਕਿਸੇ ਨੇ ਕਿਸੇ ਤਰ੍ਹਾਂ ਸਮੇਂ ਨੂੰ ਧੱਕਾ ਦੇ ਰਹੀ, ਇੰਤਜ਼ਾਰ ਕਰਦੀ ਪਈ ਉਸ ਘੜੀ ਦਾ ਜਦੋਂ ਉਸਦਾ ਪਤੀ ਉਸਨੂੰ ਆਪਣੇ ਕੋਲ ਕੈਨੇਡਾ ਬੁਲਾ ਲਵੇਗਾ। ਕਿੰਨੇ ਭਾਗਾਂ ਵਾਲਾ ਹੈ ਉਹ ਆਦਮੀ ਜਿਸ ਦੀ ਇਹ ਪਤਨੀ ਹੈ। ਨਹੀਂ ਤਾਂ ਇੰਜ ਜਵਾਨ ਪਤਨੀ ਨੂੰ ਛੱਡ ਕੇ ਪਰਦੇਸੀ ਤੁਰ ਜਾਣਾ ਕੋਈ ਸਮਝਦਾਰੀ ਤੇ ਸੌਖਾ ਕੰਮ ਨਹੀਂ ਹੈ। ਅੱਜ ਦੇ ਜ਼ਮਾਨੇ ਵਿੱਚ ਵੀ ਦਿਲਜੀਤ ਵਰਗੀਆਂ ਔਰਤਾਂ ਹੈ ਹੀ ਕਿੰਨੀਆਂ ਕੁ ਜਿਹੜੀਆਂ ਪ੍ਰਤੀਬਰਤਾ ਵਾਲਾ ਧਰਮ ਨਿਭਾਉਣਾ ਜਾਣਦੀਆਂ ਨੇ ਜਾਂ ਫਿਰ ਵਫਾਦਾਰੀ ਨਾਲ ਨਿਭਾਉਂਦੀਆਂ ਨੇ। ਮੈਂ ਸੋਚਦਾ ਰਹਿੰਦਾ। ਇੱਕ ਦਿਨ ਸਵੇਰੇ ਦਫ਼ਤਰ ਜਾਣ ਲਈ ਗੱਡੀ ਬਾਹਰ ਕੱਢਣ ਲਈ ਮੈਂ ਗੇਟ ਖੋਲ੍ਹਿਆ। ਸਾਹਮਣੇ ਤੋਂ ਸਰਦਾਰ ਤੇ ਦਿਲਜੀਤ ਵੀ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਸਨ। ਦਿਲਜੀਤ ਨੇ ਬਹੁਤ ਹੀ ਦਿਲ ਖਿੱਚਵੀਂ ਵੱਡੇ-ਵੱਡੇ ਫੁੱਲਾਂ ਵਾਲੀ ਨਾਈਟੀ ਪਾਈ ਹੋਈ,
ਮੈਂ ਨਜ਼ਰਾਂ ਚੁਰਾਣੀਆਂ ਚਾਹੀਆਂ ਪਰ ਚੁਰਾ ਨਾ ਸਕਿਆ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰੇ ਵੱਲ ਦੇਖ ਕੇ ਬੋਲੀ। ਭਾਜੀ, ਇਹ ਪ੍ਰੋਫੈਸਰ ਸਾਹਿਬ ਹਨ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਦੀ ਰਹਿੰਦੀ ਹਾਂ। ਤੇ ਭਾਜੀ, ਇਹ ਮੇਰੇ ਵੱਡੇ ਵੀਰ ਜੀ ਹਨ, ਸਰਦਾਰ ਮਹਿੰਦਰ ਸਿੰਘ, ਜਾਣੀ ਕਿ ਕਾਕੇ ਦੇ ਤਾਇਆ ਜੀ। ਮੇਰੇ ਵੱਲ ਇਸ਼ਾਰਾ ਕਰਕੇ ਉਸਨੇ ਸਰਦਾਰ ਨਾਲ ਮੇਰੀ ਜਾਣ ਪਛਾਣ ਕਰਵਾਉਣੀ ਚਾਹੀ। ਸਰਦਾਰ ਨੇ ਅੱਗੇ ਹੋ ਕੇ ਮੇਰੇ ਵੱਲ ਹੱਥ ਵਧਾਇਆ। ਹੋਰ ਜੀ, ਕੀ ਹਾਲ ਚਾਲ ਨੇ ਸਰ? ਮੈਂ ਅਦਮੰਨੇ ਉਸ ਨਾਲ ਹੱਥ ਮਿਲਾਇਆ। ਬਹੁਤ ਵਧੀਆ ਨੇ ਪ੍ਰੋਫੈਸਰ ਸਾਹਿਬ, ਤੁਸੀਂ ਸੁਣਾਓ? ਮਹਿੰਦਰ ਸਿੰਘ ਨੇ ਮੇਰਾ ਹੱਥ ਘੁੱਟਦਿਆਂ ਬੜੇ ਸ਼ੱਕੀ ਅੰਦਾਜ਼ ਵਿੱਚ ਮੇਰਾ ਹਾਲ ਚਾਲ ਪੁੱਛਿਆ। ਦੂਸਰੇ ਹੱਥ ਨਾਲ ਉਹ ਆਪਣੀ ਦਾੜ੍ਹੀ ਨੂੰ ਸਹਿਲਾ ਰਿਹਾ ਸੀ। ਉਸਦੇ ਜਵਾਬ ਦੇਣ ਦੇ ਅੰਦਾਜ਼ ਉੱਪਰ ਮੈਨੂੰ ਕੁਝ ਪਲਾਂ ਲਈ ਅਚੰਭਾ ਹੋਇਆ। ਅਚਾਨਕ ਮੇਰੀ ਨਜ਼ਰ ਉਸਦੀ ਖੁੱਲ੍ਹੀ ਹੋਈ ਦਾੜ੍ਹੀ ਦੇ ਪਿੱਛੇ ਉਸਦੇ ਗਲੇ ਨਾਲ ਚਿਪਕੀ ਹੋਈ ਇੱਕ ਛੋਟੀ ਜਿਹੀ ਨਾਗਣ ਰੂਪੀ ਬਿੰਦੀ ਉੱਪਰ ਜਾ ਟਿਕੀ। ਮੈਂ ਝੱਟ ਹੀ ਦਿਲਜੀਤ ਵੱਲ ਦੇਖਿਆ। ਉਸਦੇ ਮੱਥੇ 'ਤੇ ਵੀ ਇੱਕ ਵੱਡ ਆਕਾਰੀ ਸੂਰਜ ਰੂਪੀ ਬਿੰਦੀ ਚਮਕ ਰਹੀ ਸੀ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।